जी आए ਨੂੰ ਪਿਆਰੇ ਵਿਦਿਆਰਥੀਓ। ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 8ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੇਨੀਅਨ ਉਸ ਦਾ ਲੈਸਨ ਨੰਬਰ 4 ਸੇਂਟ ਰਵਿਦਾਸ ਅਰਥਾਤ ਸੰਤ ਰਵਿਦਾਸ ਜੀ। ਆਓ ਪਿਆਰੇ ਵਿਦਿਆਰਥੀਓ ਇਸ ਲੈਸਨ ਦੀ ਰੀਡਿੰਗ ਕਰੀਏ, ਟਰਾਂਸਲੇਸ਼ਨ ਕਰੀਏ ਤੇ ਐਕਸਪਲੇਨੇਸ਼ਨ ਕਰੀਏ। ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਲਓ ਤੇ ਮੈਂ ਸਾਰਾ ਲੈਸਨ ਪੜਾਂਗਾ, ਨਾਲ ਉਹਦੇ ਅਰਥ ਕਰਾਂਗਾ ਤੇ ਜਿਹੜੇ ਕੋਈ ਨਵੇਂ ਸ਼ਬਦ ਤੁਹਾਨੂੰ ਪਤਾ ਲੱਗਣਗੇ ਤੁਸੀਂ ਵੀਡੀਓ ਪੌਜ਼ ਕਰਨਾ ਹੈ, ਉਹ ਸ਼ਬਦ ਅੰਗਰੇਜ਼ੀ ਦਾ ਲਿਖ ਲੈਣਾ ਹੈ ਤੇ ਨਾਲ ਬ੍ਰੈਕਟ ਵਿੱਚ ਉਹਦੇ ਪੰਜਾਬੀ ਦੇ ਅਰਥ ਵੀ ਲਿਖ ਲੈਣੇ ਨੇ ਜੋ ਮੈਂ ਤੁਹਾਨੂੰ ਦੱਸਾਂਗਾ। ਸੋ ਆਓ ਸ਼ੁਰੂ ਕਰੀਏ। ਅੱਗੇ ਵਧਣ ਤੋਂ ਪਹਿਲੇ ਮੈਂ ਦੱਸ ਦਵਾਂ ਪਿਆਰੇ ਵਿਦਿਆਰਥੀਓ, ਤੁਹਾਡੀ ਹੀ 8ਵੀਂ ਜਮਾਤ ਨਾਲ ਜੁੜੀਆਂ 3 ਪਲੇਲਿਸਟਾਂ ਹੋਰ ਇਸੇ ਚੈਨਲ ਤੇ ਹਨ। ਪਹਿਲੀ ਹੈਗੀ ਹੈ 8th ਮੈਥ, ਜਿਹਦੇ ਵਿੱਚ ਤੁਹਾਡੀ 8ਵੀਂ ਜਮਾਤ ਦੀ ਗਣਿਤ ਦੇ ਸਾਰੇ ਸਵਾਲ ਹੱਲ ਕਰਕੇ ਪਾ ਦਿੱਤੇ ਗਏ ਹਨ। ਦੂਜੀ ਹੈਗੀ 8th ਮੈਥ ਨੋਟਸ, ਜਿਹਦੇ ਵਿੱਚ ਉਹ ਮੈਥ ਦੇ ਚੈਪਟਰਾਂ ਵਿੱਚੋਂ ਲੈ ਕੇ ਤੁਹਾਡੇ ਜਿਹੜੇ ਸਿਧਾਂਤ ਨੇ, ਗੱਲਾਂ ਨੇ, ਉਹ ਸਮਝਾਈਆਂ ਗਈਆਂ ਨੇ। ਤੇ ਤੀਸਰਾ ਹੈਗਾ 8th ਸਾਇੰਸ, ਜਿਹਦੇ ਵਿੱਚ ਸਾਇੰਸ ਦੇ ਚੈਪਟਰ ਦੇ ਨੋਟਸ ਤੇ ਨਾਲ ਉਹਦੀ ਐਕਸਰਸਾਈਜ਼ਾਂ ਹੱਲ ਕੀਤੀਆਂ ਗਈਆਂ। ਸੋ ਮੈਥ ਔਰ ਸਾਇੰਸ ਦੇ ਵੀ ਵੀਡੀਓਜ਼ ਜਿਹੜੇ ਲੋੜੀਂਦੇ ਤੁਸੀਂ ਇੱਥੇ ਦੇਖ ਸਕਦੇ ਹੋ। ਸੋ ਆਓ ਸ਼ੁਰੂ ਕਰੀਏ। ਇੰਡੀਆ ਹੈਜ਼ ਬੀਨ ਅ ਹੋਮ ਫॉर ਸੇਂਟਸ ਐਂਡ ਸੇਜਿਸ। ਸੇਂਟ ਮਨੇ ਸੰਤ, ਸੇਜ ਦਾ ਮਤਲਬ ਵੀ ਸਾਧੂ ਫਕੀਰ, ਠੀਕ ਹੈ। ਸੋ ਇੰਡੀਆ ਹੈਜ਼ ਬੀਨ ਅ ਹੋਮ ਫॉर ਸੇਂਟਸ ਐਂਡ ਸੇਜਿਸ ਅਰਥਾਤ ਭਾਰਤ ਲੰਬੇ ਸਮੇਂ ਤੋਂ ਸਾਧੂਆਂ ਸੰਤਾਂ ਦਾ ਟਿਕਾਣਾ ਰਿਹਾ ਹੈ, ਅਰਥਾਤ ਸਾਧੂ ਸੰਤ ਇਸ ਦੇਸ਼ ਵਿੱਚ ਜਨਮ ਲੈਂਦੇ ਆਏ ਹਨ। ਵੈਨਐਵਰ ਜਦੋਂ ਕਦੇ ਵੀ, ਦੀ ਮੋਰਲ ਅਰਥਾਤ ਨੈਤਿਕ ਔਰ ਸੋਸ਼ਲ ਸਮਾਜਿਕ, ਲਾਈਫ ਜ਼ਿੰਦਗੀ, ਨੈਤਿਕ ਜਾਂ ਸਮਾਜਿਕ ਜ਼ਿੰਦਗੀ ਆਫ ਪੀਪਲ ਲੋਕਾਂ ਦੀ ਸ਼ੋਜ਼ ਦਿਖਾਉਂਦੀ ਹੈ। ਸਾਈਨਸ ਆਫ ਡਿਕੇ ਗਿਰਾਵਟ ਦੇ, ਨਿਘਾਰ ਦੇ, ਪਤਨ ਦੇ ਸੰਕੇਤ। ਜਦੋਂ ਕਦੇ ਵੀ ਲੋਕਾਂ ਦੀ ਸਮਾਜਿਕ ਜਾਂ ਨੈਤਿਕ ਜ਼ਿੰਦਗੀ ਪਤਨ ਦੇ ਸੰਕੇਤ ਦੱਸਦੀ ਹੈ, ਦਿਖਾਉਂਦੀ ਹੈ। ਸਮ ਸੇਂਟ ਔਰ ਪ੍ਰੋਫਿਟ, ਕੋਈ ਸੰਤ ਜਾਂ ਪੈਗੰਬਰ ਅਪੀਅਰਸ ਔਨ ਦਾ ਸੀਨ। ਅਪੀਅਰ ਔਨ ਦਾ ਸੀਨ ਹੁੰਦਾ ਬੱਚੋ ਪ੍ਰਗਟ ਹੋਣਾ, ਸਾਹਮਣੇ ਆਣਾ। ਜਨਮ ਲੈਣਾ ਵੀ ਹੋ ਸਕਦਾ ਹੈ ਜਾਂ ਕਿਤੇ ਹੋਰ ਸੀਗਾ ਤੇ ਫਿਰ ਉਹ ਸਮਾਜਿਕ, ਸਿਆਸੀ ਜਾਂ ਕਿਸੇ ਜ਼ਿੰਦਗੀ ਵਿੱਚ ਆਪਣਾ ਰੋਲ ਅਦਾ ਕਰਨ ਲਈ ਮੋਹਰੀ ਬਣ ਕੇ ਆਉਂਦਾ ਹੈ। ਅਪੀਅਰਸ ਔਨ ਦਾ ਸੀਨ ਅਰਥਾਤ ਸਾਹਮਣੇ ਦੁਨੀਆ ਦੇ ਸਟੇਜ ਤੇ ਪ੍ਰਗਟ ਹੁੰਦਾ ਹੈ। ਰਵਿਦਾਸ ਵਾਜ਼ ਵਨ ਸਚ ਸੇਂਟ। ਰਵਿਦਾਸ ਜੀ ਇਹੋ ਜਿਹੇ ਇੱਕ ਸੰਤ ਸਨ। ਹੂ ਇਨਫਿਊਜ਼ਡ, ਇਨਫਿਊਜ਼ ਹੁੰਦਾ ਬੱਚੋ ਭਰਨਾ, ਜਿਨ੍ਹਾਂ ਨੇ ਭਰ ਦਿੱਤਾ ਕਿ ਨਿਊ ਲਾਈਫ, ਨਵੀਂ ਰੂਹ, ਨਵੀਂ ਜ਼ਿੰਦਗੀ, ਐਂਡ ਵਾਈਟੈਲਿਟੀ, ਵਾਈਟੈਲਿਟੀ ਹੁੰਦੀ ਹੈ ਜਾਨ, ਤਾਕਤ, ਇਹਦੇ ਵਿੱਚ ਇਨਟੂ ਦੀ ਹਿੰਦੂ ਸੋਸ਼ਲ ਆਰਡਰ, ਜੋ ਉਸ ਵੇਲੇ ਦਾ ਆਪਣਾ ਹਿੰਦੂ ਸਮਾਜ ਦਾ ਤੰਤਰ ਸੇ ਬਣਿਆ ਹੋਇਆ ਸੀਗਾ, ਜੋ ਤਾਣਾ ਬਾਣਾ ਬਣਿਆ ਹੋਇਆ ਸੀਗਾ, ਜਿਹ 'ਚ ਬਹੁਤ ਸਾਰੀਆਂ ਕੁਰੀਤੀਆਂ ਸੀਗੀਆਂ, ਜਾਤ ਪਾਤ ਸੀ ਤੇ ਹੋਰ ਕਰਮਕਾਂਡ ਸੀ, ਵਹਿਮ ਭਰਮ ਸੀ। ਉਹਦੇ ਵਿੱਚ ਰਵਿਦਾਸ ਜੀ ਨੇ ਇੱਕ ਨਵੀਂ ਰੂਹ, ਨਵੀਂ ਤਾਕਤ, ਨਵੀਂ ਜ਼ਿੰਦਗੀ ਭਰ ਦਿੱਤੀ। ਰਵਿਦਾਸ ਵਾਜ਼ ਬੋਰਨ ਇਨ ਦਾ ਈਅਰ 1377 ਇਨ ਬਨਾਰਸ। ਰਵਿਦਾਸ ਜੀ ਦਾ ਜਨਮ 1377 ਵਿੱਚ, ਸਾਲ 1377 ਵਿੱਚ ਬਨਾਰਸ ਵਿੱਚ ਹੋਇਆ। ਦੀ ਹੋਲੀ ਸਿਟੀ ਆਫ ਦਾ ਹਿੰਦੂਸ, ਇਹ ਬਨਾਰਸ ਕੀ ਹੈ? ਹਿੰਦੂਆਂ ਦਾ ਇੱਕ ਪਵਿੱਤਰ ਸ਼ਹਿਰ। ਹੀ ਵਾਜ਼ ਦੀ ਸਨ ਆਫ ਅ ਕੋਬਲਰ, ਕੋਬਲਰ ਹੁੰਦਾ ਮੋਚੀ, ਉਹ ਇੱਕ ਮੋਚੀ ਦੇ ਪੁੱਤਰ ਸਨ। ਹਿਸ ਪੇਰੈਂਟਸ, ਉਹਨਾਂ ਦੇ ਮਾਪੇ, ਵਾਂਟਿਡ ਹਿਮ ਟੂ ਬੀ ਐਜੂਕੇਟਿਡ, ਉਹਨਾਂ ਨੂੰ ਪੜ੍ਹਾਉਣਾ ਲਿਖਾਉਣਾ ਚਾਹੁੰਦੇ ਸਨ, ਉਹ ਚਾਹੁੰਦੇ ਸੀ ਕਿ ਉਹ ਪੜ੍ਹਨ ਲਿਖਣ। ਦੇ ਸੈਂਟ ਹਿਮ ਟੂ ਸਕੂਲ, ਉਹਨਾਂ ਨੇ ਉਹਨਾਂ ਨੂੰ ਸਕੂਲ ਭੇਜਿਆ। ਅਨਲਕੀਲੀ, ਬਦਕਿਸਮਤੀ ਨਾਲ, ਅਨਲਕੀਲੀ ਦਾ ਮਤਲਬ ਬਦਕਿਸਮਤੀ ਨਾਲ। ਹੀ ਵਾਜ਼ ਅਨਹੈਪੀ ਐਟ ਸਕੂਲ, ਉਹ ਸਕੂਲ ਵਿੱਚ ਨਾ ਖੁਸ਼ ਸੀ, ਸਕੂਲ ਵਿੱਚ ਉਹ ਖੁਸ਼ ਨਹੀਂ ਹੋਏ, ਉਹਨਾਂ ਨੂੰ ਚੰਗਾ ਨਹੀਂ ਲੱਗਿਆ। ਐਂਡ ਵੈਰੀ ਸੂਨ, ਅਤੇ ਬੜੀ ਛੇਤੀ, ਹੀ ਵਾਜ਼ ਆਊਟ ਆਫ ਇਟ, ਆਊਟ ਆਫ ਇਟ ਮਨੇ ਬੜੀ ਛੇਤੀ ਸਕੂਲ ਚੋਂ ਬਾਹਰ ਆ ਗਏ, ਅਰਥਾਤ ਸਕੂਲ ਛੱਡ ਦਿੱਤਾ। ਦੀ ਸਕੂਲ ਲਾਈਫ, ਸਕੂਲ ਦੀ ਜੋ ਜ਼ਿੰਦਗੀ ਸੀ, ਮੇਡ ਹਿਮ ਅੰਡਰਸਟੈਂਡ, ਉਹਨਾਂ ਨੇ, ਉਹ ਸਕੂਲ ਦੀ ਜ਼ਿੰਦਗੀ ਨੇ ਉਹਨਾਂ ਨੂੰ ਇਹ ਸਮਝਾਇਆ। ਕੀ ਸਮਝਾਇਆ? ਦੀ ਇਲਸ ਆਫ ਦੀ ਸੋਸਾਇਟੀ, ਜੋ ਉਸ ਵੇਲੇ ਦਾ ਸਮਾਜ ਸੀਗਾ, ਉਹਦੀਆਂ ਇਲਸ ਮਨੇ ਹੁੰਦੀਆਂ ਬੱਚਿਓ ਕੁਰੀਤੀਆਂ, ਖਾਮੀਆਂ, ਬੁਰਾਈਆਂ ਦੇ ਬਾਰੇ ਉਹਨਾਂ ਨੂੰ ਸਮਝ ਆਈ। ਰਵਿਦਾਸ ਰੀਅਲਾਈਜ਼ਡ, ਰਵਿਦਾਸ ਜੀ ਨੇ ਇਹ ਮਹਿਸੂਸ ਕੀਤਾ, that ਕਿ a child, ਇੱਕ ਬੱਚਾ, born in the low caste family, ਜੋ ਕਿਸੇ ਨੀਵੀਂ ਜਾਤ ਵਿੱਚ ਜਨਮ ਲਿਆ ਹੋਇਆ ਹੋਵੇ, was not treated well in the society, ਉਹਦਾ ਸਮਾਜ ਵਿੱਚ ਉਹਦੇ ਨਾਲ ਚੰਗਾ ਵਿਹਾਰ ਨਹੀਂ ਕੀਤਾ ਜਾਂਦਾ। ਤੇ ਬੱਚੋ ਗੁਰੂ ਸਾਹਿਬ ਨੇ ਕਿੰਨਾ ਸੋਹਣਾ ਸਮਝਾਇਆ ਗੁਰਬਾਣੀ 'ਚ। ਗੁਰੂ ਨਾਨਕ ਪਾਤਸ਼ਾਹ ਨੇ ਸ਼ੁਰੂ ਵਿੱਚ ਹੀ ਕਿਹਾ, ਕਹਿੰਦੇ
नीचा अंदर नीच जात, नीची हूँ अत नीच, नानक तिनकै संग साथ, ਵੱਡਿਆਂ ਸਿਓ ਕਿਆ ਰੀਸ। ਵੀ ਗੁਰੂ ਸਾਹਿਬ ਕਹਿੰਦੇ ਨੇ ਵੀ ਜਿਹੜੇ ਨੀਚਾ ਅੰਦਰ ਨੀਚ ਜਾਤ, ਜਿਹੜੇ ਅਖੌਤੀ ਨੀਚ ਜਾਤ ਨੇ, ਉਹਨਾਂ ਵਿੱਚ ਵੀ ਨੀਚੀਆਂ ਜਾਤਾਂ ਹੈਗੀਆਂ, ਜਿਹੜੀਆਂ ਜਾਤਾਂ ਹੋਏ ਉਪਜਾਤਾਂ, ਤੇ ਉਹਨਾਂ ਵਿੱਚੋਂ ਜਿਹੜੀ ਅੱਤ ਦੀ ਨੀਵੀਂ ਜਾਤ ਹੈ, ਨਾਨਕ ਉਹਨਾਂ ਦੇ ਨਾਲ ਉੱਠਣਾ ਬੈਠਣਾ ਵਿਚਰਨਾ ਪਸੰਦ ਕਰਦਾ ਹੈ। ਵੱਡਿਆਂ ਸਿਓ ਕਿਆ ਰੀਸ, ਜਿਹੜੇ ਵੱਡੇ ਵੱਡੇ ਧਨਾੜ ਨੇ, ਜ਼ਿਮੀਂਦਾਰ ਨੇ, ਅਖੌਤੀ ਉੱਚ ਜਾਤੀਏ ਨੇ, ਕੋਈ ਸਿਆਸਤਦਾਨ ਨੇ, ਵੱਡੇ ਅਫਸਰ ਨੇ, ਜਿਹੜੇ ਫੂਫਾਂ 'ਚ ਰਹਿੰਦੇ ਨੇ, ਨਾਨਕ ਦੀ ਉਹਨਾਂ ਦੇ ਨਾਲ ਉੱਠਣੀ ਬੈਠਣੀ ਨਹੀਂ ਹੈਗੀ। ਸੋ ਇਸ ਤਰ੍ਹਾਂ ਗੁਰੂ ਸਾਹਿਬ ਨੇ ਨੀਵਿਆਂ ਨੂੰ ਗਲ ਲਾਇਆ। ਇਨ ਸੱਚ ਐਨ ਅਨਫਰੈਂਡਲੀ ਐਟਮੋਸਫੀਅਰ, ਕਿਉਂਕਿ ਜਦੋਂ ਉਹ ਨੀਵੀਂ ਜਾਤ ਵਿੱਚ ਸੀਗੇ ਤੇ ਲੋਕੀ ਜਿਹੜੇ ਦੂਜੇ ਵਿਦਿਆਰਥੀ ਨੇ ਤਾਣੇ ਮੇਣੇ ਕਰਦੇ ਹੋਣਗੇ, ਵਿਤਕਰਾ ਕਰਦੇ ਹੋਣਗੇ। ਸੋ ਕਹਿੰਦੇ ਇਨ ਸੱਚ ਆ ਅਨਫਰੈਂਡਲੀ ਐਟਮੋਸਫੀਅਰ, ਇਹੋ ਜਿਹੇ ਅਣਸੁਖਾਵੇਂ ਵਾਤਾਵਰਣ ਵਿੱਚ ਲਿਟਲ ਰਵੀਦਾਸ, ਛੋਟੇ ਰਵੀਦਾਸ, ਕਿਉਂਕਿ ਉਹ ਹਾਲੇ ਬੱਚੇ ਸੀਗੇ, ਵਿਦਿਆਰਥੀ ਸੀਗੇ, ਕੁਡ ਨਾਟ ਪੁੱਟ ਹਿਜ਼ ਹਾਰਟ ਇਨਟੂ ਸਟੱਡੀਜ਼। ਕਹਿੰਦੇ ਪੁੱਟ ਹਾਰਟ ਇਨਟੂ ਸਮਥਿੰਗ ਹੁੰਦਾ ਹੈ ਕਿਸੇ ਚੀਜ਼ 'ਚ ਮਨ ਲਾਉਣਾ, ਉਹ ਪੜ੍ਹਾਈ ਵਿੱਚ ਆਪਣਾ ਮਨ ਨਾ ਲਾ ਸਕੇ। ਠੀਕ ਹੈ, ਆਫਟਨ ਨੇ ਬਹੁਤੀ ਵਾਰੀ, ਹੀ ਵੁੱਡ ਸਿਟ ਅਲੋਨ, ਉਹ ਇਕੱਲੇ ਬੈਠਦੇ, ਐਂਡ ਥਿੰਕ ਡੀਪਲੀ, ਅਤੇ ਡੂੰਘੀਆਂ ਸੋਚਾਂ ਸੋਚਦੇ। ਇਟ ਵੁੱਡ ਦੈਨ ਅਪੀਅਰ, ਉਦੋਂ ਇਵੇਂ ਜਾਪਦਾ, ਐਜ਼ ਇਫ ਹੀ ਵਰ ਇਨ ਡੀਪ ਸਮਾਧੀ, ਕਿ ਜਿਵੇਂ ਕਿ ਉਹ ਕਿਸੇ ਬਹੁਤ ਡੂੰਘੀ ਸਮਾਧੀ ਦੇ ਵਿੱਚ ਲੀਨ ਹੋਣ। ਰਵੀਦਾਸ ਹੈਡ ਨੋ ਇੰਟਰਸਟ ਇਨ ਮਟੀਰੀਅਲ ਥਿੰਗਸ, ਰਵੀਦਾਸ ਜੀ ਦੀ ਮਟੀਰੀਅਲ ਥਿੰਗਸ ਹੁੰਦਾ ਪਦਾਰਥਕ ਦੁਨੀਆ, ਪਦਾਰਥਾਂ ਵਿੱਚ, ਜਿੱਦਾਂ ਖਾਣਾ ਪੀਣਾ ਪਹਿਨਣਾ ਮੌਜਾਂ ਮਾਰਨੀਆਂ, ਜੇ ਅਸੀਂ ਹਰ ਚੀਜ਼ ਨੂੰ ਪਦਾਰਥ ਕਹਿ ਦਿੰਦੇ ਹਾਂ। ਜੋ ਚੀਜ਼ ਬੱਚੇ ਸਾਨੂੰ ਦਿਸਦੀ ਹੈ ਉਹ ਪਦਾਰਥ ਹੈ, ਚਾਹੇ ਉਹ ਘਰ ਹੈਗਾ, ਘਰ ਵਿੱਚ ਪਿਆ ਸਮਾਨ ਹੈਗਾ, ਗੱਡੀ ਹੈ, ਹਨਾ, ਜੋ ਵੀ ਸਾਡਾ ਸਰਮਾਇਆ ਹੁੰਦਾ ਹੈ। ਸੋ ਰਵੀਦਾਸ ਹੈਡ ਨੋ ਇੰਟਰਸਟ ਇਨ ਮਟੀਰੀਅਲ ਥਿੰਗਸ, ਰਵੀਦਾਸ ਜੀ ਦੀ ਪਦਾਰਥਕ ਵਸਤੂਆਂ ਵਿੱਚ ਕੋਈ ਰੁਚੀ ਨਹੀਂ ਸੀ। ਇੰਟਰਸਟ ਦਾ ਮਤਲਬ ਰੁਚੀ। He was only interested in matters माने मसले, related to संबंधित to the spirit माने आत्मा, ਉਹ ਆਤਮਾ ਨਾਲ ਜੁੜੇ, ਆਤਮਾ ਨਾਲ ਸੰਬੰਧਿਤ ਮਸਲਿਆਂ ਵਿੱਚ ਹੀ ਰੁਚੀ ਰੱਖਦੇ ਸੀ। He wanted to gain spiritual knowledge ਮਾਨੇ ਗਿਆਨ, ਸਪਿਰਿਟ ਤੋਂ ਬਣਿਆ spiritual, ਸਪਿਰਿਟ ਹੈਗੀ ਹੈ ਨਾਮ, ਆਤਮਾ, ਤੇ spiritual ਮਾਨੇ ਆਤਮਿਕ ਜਾਂ ਅਧਿਆਤਮਕ। He wanted to gain spiritual knowledge, ਉਹ ਅਧਿਆਤਮਕ ਗਿਆਨ ਹਾਸਲ ਕਰਨਾ ਚਾਹੁੰਦੇ ਸੀ। ਹਾਸਲ ਕਰਨਾ, ਟੂ ਗੇਨ, ਪ੍ਰਾਪਤ ਕਰਨਾ, ਹਾਸਲ ਕਰਨਾ। ਸੋ ਅਧਿਆਤਮਕ ਗਿਆਨ ਜਾਂ ਆਤਮਿਕ ਗਿਆਨ ਹਾਸਲ ਕਰਨਾ ਚਾਹੁੰਦੇ ਸਨ। ਹੀ ਵਾਜ਼ ਇਨ ਸਰਚ ਆਫ, ਉਹ ਭਾਲ ਵਿੱਚ ਸਨ। ਟੂ ਬੀ ਇਨ ਸਰਚ ਆਫ ਮਾਨੇ ਭਾਲ ਵਿੱਚ। ਆਫ ਸਮ ਸਪਿਰਿਚੁਅਲ ਟੀਚਰ, ਉਹ ਕਿਸੇ ਆਤਮਿਕ ਗੁਰੂ, ਆਤਮਿਕ ਟੀਚਰ, ਆਤਮਿਕ ਉਸਤਾਦ, ਅਧਿਆਤਮਿਕ ਉਸਤਾਦ ਦੀ ਭਾਲ ਵਿੱਚ ਸਨ। ਹੂ ਕੁਡ ਸ਼ੋ ਹਿਮ, ਜੋ ਉਹਨਾਂ ਨੂੰ ਦਿਖਾ ਸਕੇ, ਦੀ ਰਾਈਟ ਪਾਥ, ਸਿੱਧਾ ਰਸਤਾ, ਅਰਥਾਤ ਕਿਹੜਾ ਸਿੱਧਾ ਰਸਤਾ? ਜ਼ਿੰਦਗੀ ਜਿਉਣ ਦਾ ਸਿੱਧਾ ਰਸਤਾ। ਸੂਨ, ਛੇਤੀ, ਹੀ ਬਿਕੇਮ ਡਿਸਾਈਪਲ ਆਫ ਸਵਾਮੀ ਰਾਮਾਨੰਦ, ਡਿਸਾਈਪਲ ਹੁੰਦਾ ਚੇਲਾ, ਸ਼ਿਸ਼, ਠੀਕ ਹੈ, ਮੁਰੀਦ, ਪੈਰੋਕਾਰ, ਛੇਤੀ ਹੀ ਉਹ ਸਵਾਮੀ ਰਾਮਾਨੰਦ ਦੇ ਪੈਰੋਕਾਰ ਬਣ ਗਏ। ਰਵੀਦਾਸ ਸਟੇਡ ਵਿਦ ਦ ਸਵਾਮੀ ਫॉर ਸਮ ਟਾਈਮ, ਰਵੀਦਾਸ ਜੀ ਸਵਾਮੀ ਜੀ ਕੋਲ ਕੁਝ ਸਮਾਂ ਰਹੇ। देयर वॉज अ कंप्लीट चेंज इन हिज लाइफ, चेंज मैंने बदला, कंप्लीट मैंने पूरा, ते कंप्लीट च मैंने मुकम्मल बदला। इन हिज लाइफ, ਉਹਨਾਂ ਦੀ ਜ਼ਿੰਦਗੀ ਵਿੱਚ, ਉਹਨਾਂ ਦੀ ਜ਼ਿੰਦਗੀ ਵਿੱਚ स्वामी रामानंद जी ਦੀ ਸੰਗਤ ਵਿੱਚ ਰਹਿ ਕੇ ਇੱਕ ਪੂਰਨ ਬਦਲਾ ਆ ਗਿਆ, ਮੁਕੰਮਲ ਬਦਲਾ ਆ ਗਿਆ। स्वामी रामानंद ਲੈਕਚਰਸ, स्वामी ਰਾਮਾਨੰਦ ਜੀ ਦੇ ਵਿਖਿਆਨ, ਲੈਕਚਰ, ਕਥਾਵਾਂ, ਲੈਫਟ ਅ ਗ੍ਰੇਟ ਇੰਪ੍ਰੈਸ਼ਨ, ਗ੍ਰੇਟ ਮੈਨੇ ਬਹੁਤ ਵੱਡਾ, ਇੰਪ੍ਰੈਸ਼ਨ ਮੈਨੇ ਛਾਪ, ਔਨ ਹਿਜ਼ ਯੰਗ ਮਾਈਂਡ, ਯੰਗ ਮਾਈਂਡ ਮੈਨੇ ਕੱਚਾ ਮਨ, ਵਾਲੇ ਯੰਗ ਸੀਗੇ, ਉਹਨਾਂ ਦੇ ਕੱਚੇ ਮਨ ਦੇ ਉੱਤੇ ਰਾਮਾਨੰਦ ਜੀ ਦੇ ਵਿਖਿਆਨਾਂ ਨੇ ਬੜਾ ਡੂੰਘਾ, ਅ ਗ੍ਰੇਟ ਇੰਪ੍ਰੈਸ਼ਨ, ਡੂੰਘਾ ਅਸਰ ਪਾਇਆ, ਡੂੰਘਾ ਪ੍ਰਭਾਵ ਛੱਡਿਆ। ਥਰੂ ਦੀ ਸਰਮਨਸ, ਥਰੂ ਦੀ ਸਰਮਨਸ ਮੀਨਸ ਇਹਨਾਂ ਵਿਖਿਆਨਾਂ ਰਾਹੀਂ, ਇਹਨਾਂ ਕਥਾਵਾਂ ਰਾਹੀਂ, ਇਹਨਾਂ ਧਾਰਮਿਕ ਲੈਕਚਰਾਂ ਰਾਹੀਂ, ਹੀ ਕੇਮ ਟੂ ਅੰਡਰਸਟੈਂਡ, ਉਹਨਾਂ ਨੂੰ ਇਹ ਗੱਲ ਦੀ ਸਮਝ ਪਈ ਕਿ ਦੀ ਟਰੂ ਮੀਨਿੰਗ ਆਫ ਲਾਈਫ, ਜ਼ਿੰਦਗੀ ਦਾ ਅਸਲੀ ਮਤਲਬ। ਹੀ ਕੇਮ ਟੂ ਨੋ ਆਫ ਦੀ ਏਂਸ਼ੀਅੰਟ, ਏਂਸ਼ੀਅੰਟ ਹੁੰਦਾ ਵਿੱਚ ਪੁਰਾਤਨ, ਜਿੱਦਾਂ ਏਂਸ਼ੀਅੰਟ ਦਾ ਵਿਰੋਧੀ ਸ਼ਬਦ ਹੈ ਮਾਡਰਨ, ਮਾਡਰਨ ਦਾ ਮਤਲਬ ਹੁੰਦਾ ਅਜੋਕਾ, ਏਂਸ਼ੀਅੰਟ ਹੁੰਦਾ ਪੁਰਾਣਾ, ਪੁਰਾਣਾ, ਬਹੁਤ ਪੁਰਾਣਾ। ਸੋ ਹੀ ਕੇਮ ਟੂ ਨੋ ਆਫ ਦੀ ਏਂਸ਼ੀਅੰਟ ਇੰਡੀਅਨ ਵਿਜ਼ਡਮ, ਮੈਨੇ ਗਿਆਨ ਕਹਿ ਲਓ, ਸੂਝ-ਬੂਝ ਕਹਿ ਲਓ, ਸਿਆਣਪ ਕਹਿ ਲਓ, ਐਂਡ ਕਲਚਰ ਮੈਨੇ ਸੱਭਿਆਚਾਰ। ਉਹਨਾਂ ਨੂੰ स्वामी रामानंद जी संगत ਵਿੱਚ ਉਹਨਾਂ ਨੇ ਪੁਰਾਤਨ ਭਾਰਤੀ ਜਿਹੜਾ ਗਿਆਨ ਹੈ ਅਤੇ ਸੱਭਿਆਚਾਰ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਦੀ ਫੀਲਡ ਵਾਜ਼ ਰੈਡੀ,
ਹੁਣ ਮੈਦਾਨ ਤਿਆਰ ਸੀ। ਜਿਵੇਂ ਬੱਚਿਓ ਕਿਸਾਨ ਕਿਵੇਂ ਫਸਲ ਬੀਜਣ ਤੋਂ ਪਹਿਲੇ ਆਪਣੇ ਖੇਤ ਦੀ ਤਿਆਰੀ ਕਰਦਾ, ਹਲ ਵਾਹੁੰਦਾ ਹੈ, ਸੁਹਾਗਾ ਫੇਰਦਾ ਹੈ, ਵਿੱਚੋਂ ਜਿਹੜੀ ਜੜੀ ਬੂਟੀਆਂ ਕੱਢਦਾ ਹੈ ਹਨਾ, ਪੁਰਾਣੀ ਫਸਲ ਨੂੰ ਸਾਫ਼ ਕਰਦਾ ਹੈ। ਸੋ ਦੀ ਫੀਲਡ ਵਾਜ਼ ਰੈਡੀ, ਮੈਦਾਨ ਤਿਆਰ ਸੀ। ਦੀ ਸੀਡ ਵਾਜ਼ ਸੋਨ, ਸੀਡ ਮੈਨੇ ਬੀਜ, ਵਾਜ਼ ਸੋਨ ਮੈਨੇ ਬੀਜ ਦਿੱਤਾ ਗਿਆ ਸੀ, ਬੀਜ ਬੀਜਿਆ ਗਿਆ ਸੀਗਾ। ਕਿਹਦਾ ਬੀਜ ਬੀਜਿਆ ਗਿਆ? ਗਿਆਨ ਦਾ, ਨਾਮ ਸਿਮਰਨ ਦਾ, ਬੰਦਗੀ ਦਾ, ਭਗਤੀ ਦਾ। ਐਂਡ ਦੀ crop did not take long to ripen, ripen ਹੁੰਦਾ ਵਿੱਚ ਪੱਕਣਾ, crop ਮੈਨੇ ਫਸਲ, ਅਤੇ ਇਸ ਤਰ੍ਹਾਂ ਫਸਲ ਨੇ ਪੱਕਣ ਲਈ ਬਹੁਤਾ ਸਮਾਂ ਨਾ ਲਿਆ। ਅਰਥਾਤ ਉਹਦੇ ਨਤੀਜੇ ਉਹਨਾਂ ਦੀ ਜ਼ਿੰਦਗੀ ਵਿੱਚ, ਉਹਨਾਂ ਦੀ ਬੋਲਬਾਣੀ ਵਿੱਚ, ਉਹਨਾਂ ਦੇ ਵਿਹਾਰ ਵਿੱਚ ਨਜ਼ਰ ਆਉਣੇ ਸ਼ੁਰੂ ਹੋ ਗਏ। ਵੈਨ ਦੀ ਗੁਰੂ ਵਾਜ਼ ਸੈਟਿਸਫਾਈਡ, ਜਦੋਂ ਗੁਰੂ ਨੂੰ ਤਸੱਲੀ ਹੋ ਗਈ, ਗੁਰੂ ਕੌਣ ਇੱਥੇ ਹੈਗਾ? ਸਵਾਮੀ ਰਾਮਾਨੰਦ ਜੀ। ਉਹਨਾਂ ਨੂੰ ਜਦ ਤਸੱਲੀ ਹੋ ਗਈ, ਕਾਹਦੀ ਤਸੱਲੀ? ਦੈਟ ਦੀ ਸਪਿਰਿਚੁਅਲ ਫਲੇਮ, ਫਲੇਮ ਮੈਨੇ ਦੀ ਲਾਟ, ਸਪਿਰਿਚੁਅਲ ਮੈਨੇ ਆਤਮਿਕ, ਜਦੋਂ ਉਹਨਾਂ ਨੂੰ ਤਸੱਲੀ ਹੋ ਗਈ ਕਿ ਆਤਮਿਕ ਲਾਟ ਹੈਡ ਬਿਨ ਕਿੰਡਲ, ਕਿੰਡਲ ਹੁੰਦਾ ਬੱਚੋ ਬਾਲਣਾ, ਪਰਮਾਨੈਂਟਲੀ ਮੈਨੇ ਪੂਰਨ ਤੌਰ ਤੇ, ਪੱਕੇ ਤੌਰ ਤੇ। ਜਦੋਂ ਗੁਰੂ ਜੀ ਨੂੰ ਇਹ ਤਸੱਲੀ ਹੋ ਗਈ ਕਿ ਜਿਹੜੀ ਆਤਮਿਕ ਲਾਟ ਸੀ ਉਹ ਪੱਕੇ ਤੌਰ ਤੇ ਬਾਲ ਦਿੱਤੀ ਗਈ ਸੀ, ਜਗ ਗਈ ਸੀ, ਲਟ ਲਟ ਬਲਦੀ ਸੀ ਉਹਨਾਂ ਦੇ ਹਿਰਦੇ ਵਿੱਚ, ਭਗਤ ਰਵਿਦਾਸ ਜੀ ਦੇ, ਸੰਤ ਰਵਿਦਾਸ ਜੀ ਦੇ ਹਿਰਦੇ ਵਿੱਚ। ਹੀ ਆਸਕਡ ਰਵਿਦਾਸ, ਉਹਨਾਂ ਨੇ ਰਵਿਦਾਸ ਜੀ ਨੂੰ ਕਿਹਾ ਟੂ ਰਿਟਰਨ ਹੋਮ, ਕਿ ਉਹ ਹੁਣ ਘਰ ਵਾਪਸ ਜਾਏ। ਐਂਡ ਲਿਵ ਦਾ ਵੇ ਹੀ ਵਾਂਟਿਡ ਟੂ ਲਿਵ, ਤੇ ਆਪਣੀ ਜ਼ਿੰਦਗੀ ਆਪਣੇ ਮੁਤਾਬਕ ਜੀਏ। ਦੀ ਇਨਲਾਈਟਨਡ ਡਿਸਾਈਪਲ, ਇਨਲਾਈਟਨ ਹੁੰਦਾ ਬੱਚਿਓ ਸੁਚੇਤ ਕਰਨਾ, ਜਗਾਉਣਾ, ਗਿਆਨਵਾਨ ਕਰਨਾ, ਤੇ ਇਨਲਾਈਟਨਡ ਦਾ ਮਤਲਬ ਹੁੰਦਾ ਹੈ ਜਾਗਿਆ ਹੋਇਆ, ਸੁਚੇਤ ਹੋਇਆ, ਗਿਆਨਵਾਨ ਹੋਇਆ। ਸੋ ਇਸ ਤਰ੍ਹਾਂ ਜਾਗਿਆ ਹੋਇਆ ਚੇਲਾ, ਅਰਥਾਤ ਰਵਿਦਾਸ ਜੀ ਗਿਆਨ ਲੈ ਕੇ ਗਿਆਨ ਭਰਪੂਰ ਹੋਇਆ, ਗਿਆਨਵਾਨ ਹੋਇਆ ਚੇਲਾ। ਨਾਓ ਫੈਲਟ, ਮਹਿਸੂਸ ਕੀਤਾ ਉਹਨਾਂ ਨੇ, ਦੈਟ ਕਿ ਹੀ ਹੈਡ ਅ ਡਿਵਾਈਨ ਮਿਸ਼ਨ, ਮਿਸ਼ਨ ਹੁੰਦਾ ਬੱਚੋ ਮਕਸਦ, ਉਦੇਸ਼, ਤੇ ਡਿਵਾਈਨ ਹੁੰਦਾ ਰੂਹਾਨੀ। ਹੁਣ ਉਹਨਾਂ ਨੇ ਜਾਗੇ ਹੋਇਆਂ ਨੇ, ਗਿਆਨ ਪ੍ਰਾਪਤ ਕੀਤੇ ਹੋਏ ਚੇਲੇ ਨੇ ਮਹਿਸੂਸ ਕੀਤਾ ਕਿ ਉਹਨਾਂ ਵਾਸਤੇ ਜੀਣ ਲਈ ਹੁਣ ਇੱਕ ਰੂਹਾਨੀ ਮਕਸਦ ਹੈ, ਰੂਹਾਨੀ ਉਦੇਸ਼ ਹੈ, ਰੂਹਾਨੀ ਨਿਸ਼ਾਨਾ ਹੈ। ਹੀ ਚੋਜ਼, ਚੂਜ਼ ਮੈਨੇ ਚੁਣਨਾ, ਚੋਜ਼ ਮੈਨੇ ਚੁਣਿਆ, ਚੋਜ਼ ਜਿਹੜਾ ਬੱਚਿਓ ਇੱਥੇ ਡਬਲ ਓ ਲਾ ਦੋ ਤੇ ਫਸਟ ਫਾਰਮ ਬਣ ਜਾਏਗੀ, ਚੂਜ਼ ਦੀ ਸੈਕਿੰਡ ਫਾਰਮ ਹੈ ਚੋਜ਼, ਚੂਜ਼ ਮੈਨੇ ਚੁਣਨਾ ਤੇ ਚੋਜ਼ ਮੈਨੇ ਚੁਣਿਆ। ਹੀ ਚੋਜ਼ ਬਨਾਰਸ ਟੂ ਬੀ ਦੀ ਪਲੇਸ ਆਫ ਹਿਜ਼ ਫਿਊਚਰ ਐਕਟੀਵਿਟੀਜ਼, ਐਕਟੀਵਿਟੀਜ਼ ਹੁੰਦਾ ਬੱਚੋ ਗਤੀਵਿਧੀਆਂ, ਫਿਊਚਰ ਮੈਨੇ ਭਵਿੱਖ ਦੀਆਂ। ਉਹਨਾਂ ਨੇ ਆਪਣੀਆਂ ਭਵਿੱਖ ਦੀਆਂ ਗਤੀਵਿਧੀਆਂ ਲਈ ਬਨਾਰਸ ਦੀ ਚੋਣ ਕੀਤੀ। ਠੀਕ ਹੈ। ਰਵਿਦਾਸ ਫੈਲਟ, ਰਵਿਦਾਸ ਜੀ ਨੇ ਮਹਿਸੂਸ ਕੀਤਾ, ਦੈਟ ਹਿਜ਼ ਟ੍ਰੇਨਿੰਗ, ਕਿ ਉਹਨਾਂ ਦੀ ਸਿਖਲਾਈ ਇਨ ਸਪਿਰਿਚੁਅਲ ਲਾਈਫ, ਅਧਿਆਤਮਿਕ ਜੀਵਨ ਵਾਲੀ, ਵਾਜ਼ ਨਾਟ ਯੈਟ ਕੰਪਲੀਟ, ਹਾਲੇ ਵੀ ਪੂਰਨ ਨਹੀਂ ਹੋਈ ਸੀ। ਉਹਨਾਂ ਨੇ ਮਹਿਸੂਸ ਕੀਤਾ ਕਿ ਹਾਲੇ ਮੈਂ ਹੋਰ ਅੱਗੇ ਵਧਣਾ ਹੈ, ਹਾਲੇ ਮੇਰੀ ਜਿਹੜੀ ਪੂਰੀ ਸਿਖਲਾਈ ਹੈ ਇਹ ਪੂਰਨ ਨਹੀਂ ਹੋਈ। ਹੀ ਹੈਡ ਅ ਡਿਜ਼ਾਇਰ, ਡਿਜ਼ਾਇਰ ਉਹਨੇ ਇੱਛਾ, ਉਹਨਾਂ ਦੀ ਇਹ ਇੱਛਾ ਸੀ ਟੂ ਹੈਵ ਮੋਰ ਐਂਡ ਮੋਰ ਆਫ ਸਪਿਰਿਚੁਅਲ ਨੌਲੇਜ, ਕਿ ਹੋਰ ਤੇ ਹੋਰ ਆਤਮਿਕ ਅਧਿਆਤਮਿਕ ਗਿਆਨ ਹਾਸਿਲ ਕਰਨ। ਫॉर ਦਿਸ, ਇਸ ਵਾਸਤੇ, ਇਸ ਲਈ, ਹੀ ਡਿਸਾਈਡਡ, ਉਹਨਾਂ ਨੇ ਫੈਸਲਾ ਕੀਤਾ, ਟੂ ਬਿਊਟੀਫਾਈ, ਬਿਊਟੀਫਾਈ ਮੈਨੇ ਸੋਹਣਾ ਬਣਾਉਣ ਦਾ, ਸੋਹਣਾ ਬਣਾਉਣਾ, ਬਿਊਟੀਫੁਲ ਹੁੰਦਾ ਸੋਹਣਾ, ਬਿਊਟੀਫਾਈ ਸੋਹਣਾ ਬਣਾਉਣਾ। ਕਿਹਨੂੰ ਸੋਹਣਾ ਬਣਾਉਣਾ? ਐਨ ਏਰੀਆ, ਇੱਕ ਖੇਤਰ, ਆਫ ਦੀ ਫੋਰੈਸਟ, ਉਸ ਜੰਗਲ ਦਾ, ਬਨਾਰਸ ਵਿੱਚ ਕੋਈ ਜੰਗਲ ਹੋਣਾ ਹੈ, ਉਹਦੇ ਇੱਕ ਖੇਤਰ ਨੂੰ ਸੁੰਦਰੀਕਰਨ ਕਰਨ ਦਾ ਉਹਨਾਂ ਨੇ ਫੈਸਲਾ ਕੀਤਾ। ਵੇਅਰ, ਜਿੱਥੇ, ਹੀ ਕੁਡ ਮੈਡੀਟੇਟ ਇਨ ਪੀਸ, ਜਿੱਥੇ ਉਹ ਸ਼ਾਂਤੀ ਵਿੱਚ ਆਪਣੀ ਬੰਦਗੀ ਕਰ ਸਕਦੇ ਸੀ। ਇੱਕ ਮੈਂ ਉਹਨੇ ਕਿਹਾ ਜਿਹੜਾ ਜੰਗਲ ਵਿੱਚ ਇੱਕ ਥਾਂ ਲੱਭਿਆ, ਉੱਥੇ ਉਹਨਾਂ ਨੂੰ ਉਹਦਾ ਸੁੰਦਰੀਕਰਨ ਕੀਤਾ, ਜਿੱਥੇ ਬੈਠ ਕੇ ਉਹਨਾਂ ਨੇ ਸੋਚਿਆ ਕਿ ਮੈਂ ਬੈਠ ਕੇ ਆਪਣਾ ਧਿਆਨ ਲਾਵਾਂਗਾ, ਸਿਮਰਨ ਬੰਦਗੀ ਕਰਾਂਗਾ, ਡੂੰਘੀਆਂ ਵਿਚਾਰਾਂ ਕਰਾਂਗਾ। ਵਨ ਡੇ, ਇੱਕ ਦਿਨ, ਵਾਈਲ ਮੈਡੀਟੇਟਿੰਗ, ਬੰਦਗੀ ਕਰਦੇ ਹੋਏ, ਵਿਚਾਰਾਂ ਕਰਦੇ ਹੋਏ, ਧਿਆਨ ਲਾਉਂਦੇ ਹੋਏ, ਹੀ ਫੈਲਟ, ਉਹਨਾਂ ਨੇ ਮਹਿਸੂਸ ਕੀਤਾ, ਨਹੀਂ, ਹੀ ਫੈਲਟ ਡਿਸਟਰਬਡ, ਉਹਨਾਂ ਨੇ ਆਪਣਾ ਧਿਆਨ ਖਿੰਡਿਆ ਮਹਿਸੂਸ ਕੀਤਾ। ਡਿਸਟਰਬ ਮੈਨੇ ਹਲਚਲ ਹੋਈ, ਉਹਨਾਂ ਦਾ ਧਿਆਨ ਖਿੰਡਿਆ। ਕਿਹਦੇ ਨਾਲ? ਬਾਏ ਅ ਸਡਨ ਮੂਵਮੈਂਟ, ਚਾਣ ਚੱਕ ਹੋਈ ਹਲਚਲ ਦੇ ਨਾਲ। ਕਿੱਥੇ? ਇਨ ਦੀ ਬੁਸ਼ਿਸ, ਝਾੜੀਆਂ ਵਿੱਚ, ਕਿਉਂਕਿ ਜੰਗਲ ਵਿੱਚ ਸੀਗੇ ਤੇ ਉੱਥੇ ਆਲੇ ਦੁਆਲੇ ਝਾੜੀਆਂ ਹੋਣੀਆਂ, ਝਾੜੀਆਂ ਦੇ ਵਿੱਚ ਕੋਈ ਹਲਚਲ ਹੋਈ ਤੇ ਉਹਦੇ ਨਾਲ ਉਹਨਾਂ ਦਾ ਧਿਆਨ ਖਿੰਡਿਆ। ਰਵਿਦਾਸ ਗੌਟ ਅਪ, ਰਵਿਦਾਸ ਜੀ ਖੜੇ ਹੋਏ, ਚੌਕੜੀ ਮਾਰ ਕੇ ਬੈਠੇ ਹੋਣਗੇ, ਐਂਡ ਲੁਕਡ ਅਰਾਊਂਡ, ਅਤੇ ਇੱਥੇ ਉੱਥੇ ਦੇਖਿਆ। ਆ ਸ਼ੀ ਡੀਅਰ, ਡੀਅਰ ਮੈਨੇ ਹਿਰਨ ਤੇ ਸ਼ੀ ਡੀਅਰ ਮੈਨੇ ਹਿਰਨੀ। ਆ ਸ਼ੀ ਡੀਅਰ ਹੈਡ ਬੀਨ ਕੌਟ ਇਨ ਅ ਨੈਟ, ਨੈਟ ਮੈਨੇ ਜਾਲ, ਲੇਡ ਵਿਛਾਇਆ ਹੋਇਆ, ਕਿਹਦੇ ਦੁਆਰਾ? ਬਾਏ ਅ ਹੰਟਰ, ਇੱਕ ਸ਼ਿਕਾਰੀ ਦੁਆਰਾ।
ਇੱਕ ਹਿਰਨੀ ਸ਼ਿਕਾਰੀ ਦੁਆਰਾ ਵਿਛਾਏ ਹੋਏ ਇੱਕ ਜਾਲ ਵਿੱਚ ਫਸੀ ਹੋਈ ਸੀ ਤੇ ਉਹ ਜਦੋਜਹਿਦ ਕਰ ਰਹੀ ਸੀ, ਉਹਦੇ ਕਰਕੇ ਝਾੜੀਆਂ ਹਿੱਲੀਆਂ, ਥੋੜਾ ਰੌਲਾ ਪਿਆ ਤੇ ਉਹਨਾਂ ਦਾ ਧਿਆਨ ਖਿੰਡਿਆ। ਦੀ ਪੂਅਰ ਐਨੀਮਲ, ਉਹ ਵਿਚਾਰਾ ਜਾਨਵਰ, ਵਾਜ਼ ਸਟਰਗਲਿੰਗ, ਜਦੋਜਹਿਦ ਕਰ ਰਿਹਾ ਸੀ, ਕਾਹਦੇ ਲਈ? ਟੂ ਗੈਟ ਫ੍ਰੀ, ਗੈਟ ਫ੍ਰੀ ਬਣੇ ਆਜ਼ਾਦ ਹੋਣ ਲਈ, ਬਾਹਰ ਨਿਕਲਣ ਲਈ, ਉਹ ਬੰਧਨ ਤੋਂ ਮੁਕਤ ਹੋਣ ਲਈ। ਐਜ਼ ਦੀ ਹੰਟਰ ਅਪਰੋਚਡ ਹਰ, ਫਿਰ ਉਹ ਦੇਖ ਰਹੇ ਨੇ ਕਿ ਉੱਥੇ ਸ਼ਿਕਾਰੀ ਦੇ ਦਾਲ ਆ ਕੇ ਬੈਠਾ ਸੀਗਾ। ਐਜ਼ ਦੀ ਹੰਟਰ ਅਪਰੋਚਡ ਹਰ, ਜਿਵੇਂ ਸ਼ਿਕਾਰੀ ਉਹਦੇ ਵੱਲ ਵਧਿਆ, ਅਪਰੋਚ ਬਣਿਆ ਹੁੰਦਾ ਅੱਗੇ ਵਧਣਾ, ਕਿਹਦੇ ਵੱਲ ਵਧਿਆ? ਹਿਰਨੀ ਵੱਲ ਵਧਿਆ। ਸ਼ੀ ਲੁਕਡ ਐਟ ਹਿਮ, ਉਹ ਹਿਰਨੀ ਨੇ ਉਹਦੇ ਵੱਲ ਦੇਖਿਆ। ਵਿਦ ਪਲੀਡਿੰਗ ਆਈਜ਼, ਪਲੀਡਿੰਗ ਆਈਜ਼ ਮੈਨੇ ਭੀਖ ਮੰਗਦੀਆਂ ਅੱਖਾਂ ਦੇ ਨਾਲ, ਮਤਲਬ ਕਿ ਤਰਸ ਭਰੀਆਂ ਰੋਂਦੀਆਂ ਅੱਖਾਂ ਦੇ ਨਾਲ ਸ਼ਿਕਾਰੀ ਵੱਲ ਦੇਖਿਆ। ਇਟ ਵਾਜ਼ ਐਜ਼ ਇਫ ਸ਼ੀ ਵਾਜ਼ ਬੈਗਿੰਗ ਫॉर ਮਰਸੀ, ਮਰਸੀ ਹੁੰਦੀ ਦਇਆ। ਇਵੇਂ ਜਾਪਿਆ ਜਿਵੇਂ ਕਿ ਉਹ ਹਿਰਨੀ, ਬੈਗਿੰਗ ਹੁੰਦਾ ਭੀਖ ਮੰਗਣਾ, ਫॉर ਮਰਸੀ ਦਇਆ ਵਾਸਤੇ, ਜਿਵੇਂ ਇਵੇਂ ਜਾਪਿਆ ਕਿ ਜਿਵੇਂ ਉਹ ਤਰਸ ਵਾਸਤੇ, ਦਇਆ ਵਾਸਤੇ ਭੀਖ ਮੰਗਦੀ ਹੋਵੇ। ਇਟ ਵਾਜ਼ ਹਰ ਟਾਈਮ ਟੂ ਫੀਡ ਹਰ ਯੰਗ ਵੰਸ, ਫੀਡ ਹੁੰਦਾ ਬੱਚੋ ਖਾਣਾ ਖਵਾਉਣਾ, ਫੂਡ ਹੁੰਦਾ ਖਾਣਾ, ਫੀਡ ਹੁੰਦਾ ਖਾਣਾ ਖਵਾਉਣਾ। ਕਹਿੰਦੇ ਇਹ ਵੇਲਾ ਉਹਦੇ ਵਾਸਤੇ ਆਪਣੇ ਯੰਗ ਵੰਸ ਮੈਨੇ ਆਪਣੇ ਨਿਆਣਿਆਂ ਨੂੰ ਰੋਟੀ ਖਵਾਉਣ ਦਾ ਸੀ। ਠੀਕ ਹੈ। ਦੀ 3 ਫੌਨਸ, ਹੁਣ ਫੌਨਸ ਕੀ ਹੈ ਬੱਚੇ? 3 ਬਣੇ 3 ਬੱਚੇ। ਫੌਨ ਕੀ ਹੁੰਦਾ ਬੱਚਿਓ? ਫੌਨ ਹੁੰਦਾ ਹਿਰਨੀ ਦਾ ਬੱਚਾ। ਠੀਕ ਹੈ, ਹਿਰਨੀ ਦੇ ਬੱਚੇ ਨੂੰ ਅਸੀਂ ਕਹਿ ਦਿੰਦੇ ਹਾਂ ਫੌਨ। ਇੱਥੇ ਉਹਦੇ ਡੀਅਰ, ਸ਼ੀ ਡੀਅਰ, ਹੀ ਡੀਅਰ ਵਰਤਿਆ। ਜਿਹੜਾ ਮੇਲ ਡੀਅਰ ਹੁੰਦਾ ਹੈ, ਮਾਦਾ ਹੁੰਦਾ ਹੈ, ਮੈਸਕੂਲਿਨ ਹੁੰਦਾ ਹੈ, ਉਹਨੂੰ ਕਿਹਾ ਜਾਂਦਾ ਹੈ ਡਕ, ਇਹ ਬਕ, BUCK। ਤੇ ਜਿਹੜੀ ਹਿਰਨੀ ਹੁੰਦੀ ਹੈ ਉਹਨੂੰ ਕਿਹਾ ਜਾਂਦਾ ਡੋ, DOE। ਜਿਹੜੇ ਬੱਚੇ ਨੇ ਉਹਨੂੰ ਕਿਹਾ ਜਾਂਦਾ ਫੌਨ। ਸੋ ਕਿੰਨੇ ਫੌਨ ਸੀਗੇ? ਕਿੰਨੇ ਹਿਰਨੀ ਦੇ ਯੰਗ ਵਨ ਸੀਗੇ? 3। ਦੀ 3 ਫੌਨਸ ਕੇਮ ਜੰਪਿੰਗ, ਉਹ ਛਾਲਾਂ ਮਾਰਦੇ ਆਏ 3 ਹਿਰਨੀ ਦੇ ਬੱਚੇ, ਟੂ ਹਰ, ਉਹਦੇ ਵੱਲ, ਜੁਆਏਫੁਲੀ, ਖੁਸ਼ੀ ਖੁਸ਼ੀ, ਹੱਸਦੇ ਟੱਪਦੇ ਖੇਡਦੇ ਉਹਦੇ ਕੋਲ ਆਏ, ਆਪਣੀ ਮਾਂ ਕੋਲ, ਰੋਟੀ ਪਾਣੀ ਖਾਣ ਦਾ ਟਾਈਮ ਸੀ ਉਹਨਾਂ ਦਾ। ਬਟ, ਪਰ, ਦੇ ਵਰ ਸ਼ੌਕਡ, ਉਹ ਵਿਚਾਰੇ ਉਹਨਾਂ ਦੇ ਮੂੰਹ ਅੱਡੇ ਰਹਿ ਗਏ, ਉਹ ਦੰਗ ਰਹਿ ਗਏ। ਕਦੋਂ? ਵੈਨ ਦੇ ਸੌ, ਜਦੋਂ ਉਹਨਾਂ ਨੇ ਦੇਖਿਆ, ਦੇਅਰ ਮਦਰ, ਆਪਣੀ ਮਾਂ ਨੂੰ, ਇਨ ਅ ਮਿਜ਼ਰੇਬਲ ਪਲਾਈਟ, ਪਲਾਈਟ ਮੈਨੇ ਖਸਤਾ ਹਾਲਤ, ਮਿਜ਼ਰੇਬਲ ਮੈਨੇ ਤਰਸਯੋਗ, ਇਸ ਕਸ਼ਟਦਾਇਕ ਹਾਲਤ ਵਿੱਚ ਦੇਖਿਆ ਆਪਣੀ ਮਾਂ ਨੂੰ ਤੇ ਵਿਚਾਰੇ ਦੰਗ ਰਹਿ ਗਏ ਕਿ ਉਹਦੀ ਮਾਂ ਜਿਹੜੀ ਹੈ, ਉਹਨਾਂ ਦੀ ਮਾਂ, ਉਹ ਤੇ ਜਾਲ ਵਿੱਚ ਫਸੀ ਹੋਈ ਜਦੋਜਹਿਦ ਕਰ ਰਹੀ ਹੈ, ਬਾਹਰ ਨਿਕਲਣ ਦਾ ਯਤਨ ਕਰ ਰਹੀ ਹੈ। ਦੀ ਮਦਰ ਐਂਡ ਹਰ ਯੰਗ ਵੰਸ ਵਰ ਅ ਪੇਨਫੁਲ ਪਿਕਚਰ, ਉਹ ਮਾਂ ਬੜੀ ਹਿਰਨੀ, ਐਂਡ ਹਰ ਯੰਗ ਵੰਸ, ਅਤੇ ਉਹਦੇ ਛੋਟੇ ਬੱਚੇ, ਵਰ ਅ ਪੇਨਫੁਲ ਪਿਕਚਰ, ਇੱਕ ਬੜੀ ਦਰਦਨਾਕ ਤਸਵੀਰ ਸਨ। ਕਿਹਦੇ? ਆਫ ਮਿਜ਼ਰੀ, ਮਿਜ਼ਰੀ ਮੈਨੇ ਕਸ਼ਟ, ਖਸਤਾ ਹਾਲਤ, ਐਂਡ ਹੈਲਪਲੈਸਨੈਸ, ਲਾਚਾਰੀ, ਇੱਕ ਲਾਚਾਰੀ ਤੇ ਕਸ਼ਟ ਦੀ ਬੜੀ ਦਰਦ ਭਰੀ ਤਸਵੀਰ ਜਾਪਦੇ ਸਨ ਉਹ ਮਾਂ ਤੇ ਉਹਦੇ 3 ਬੱਚੇ। ਦੀ ਸਾਇਲੈਂਟ ਪ੍ਰੇਅਰਸ, ਸਾਇਲੈਂਟ ਪ੍ਰੇਅਰਸ ਮੈਨੇ ਅਣਕਹੀਆਂ ਅਰਦਾਸਾਂ, ਇੱਕ ਅਸੀਂ ਬੋਲ ਕੇ ਕਰਦੇ ਹਾਂ, ਇੱਕ ਹਿਰਦੇ 'ਚ ਕਰਦੇ ਹਾਂ। ਹੁਣ ਉਹ ਤੇ ਜਾਨਵਰ ਵਿਚਾਰੇ ਨੇ। ਸੋ ਦੇਅਰ ਸਾਇਲੈਂਟ ਪ੍ਰੇਅਰਸ, ਉਹਨਾਂ ਦੀਆਂ ਅਣਬੋਲੀਆਂ ਅਰਦਾਸਾਂ, ਮਤਲਬ ਕਿ ਬਿਨਾਂ ਚੁੱਪ ਚਪੀਤੀ ਅਰਦਾਸਾਂ। ਐਂਡ ਦੇਅਰ ਸੈਡ ਆਈਜ਼, ਅਤੇ ਉਹਨਾਂ ਦੀਆਂ ਉਦਾਸੀ ਭਰੀਆਂ ਅੱਖਾਂ। ਕੁਡ ਹੈਵ ਮੈਲਟਡ ਈਵਨ ਅ ਹਾਰਟ ਆਫ ਸਟੋਨ, ਕਿਸੇ ਪੱਥਰ ਤੋਂ ਬਣੇ ਦਿਲ ਨੂੰ ਵੀ ਪਿਘਲਾ ਸਕਦੀਆਂ ਸਨ, ਕਿ ਇੰਨਾ ਉਹਨਾਂ 'ਚੋਂ ਦਰਦ ਸੀਗਾ। ਬਟ ਦੀ ਕਰੂਅਲ ਹੰਟਰ, ਕਰੂਅਲ ਮੈਨੇ ਨਿਰਦਈ, ਹੰਟਰ ਸ਼ਿਕਾਰੀ, ਪਰ ਜਿਹੜਾ ਨਿਰਦਈ ਸ਼ਿਕਾਰੀ ਸੀ, ਰਿਮੇਨਡ ਅਨਮੂਵਡ, ਅਨਮੂਵਡ ਮੈਨੇ ਉੱਤੇ ਕੋਈ ਅਸਰ ਨਹੀਂ ਹੋਇਆ, ਅਡੋਲ ਰਿਹਾ, ਤੇ ਉਹਦੀ ਸਿਹਤ ਤੇ ਕੋਈ ਅਸਰ ਨਹੀਂ ਪਿਆ, ਉਹਨੂੰ ਕੋਈ ਤਰਸ ਨਹੀਂ ਆਇਆ। ਰਿਮੇਨਡ ਉੱਦਾਂ ਹੀ ਰਿਹਾ, ਅਨਮੂਵਡ, ਅਨਮੂਵਡ ਦਾ ਹੁੰਦਾ ਵੀ ਉੱਤੇ ਜਿਹੜੀ ਜਿਸ ਇਰਾਦੇ ਨਾਲ ਆਇਆ ਸੀ ਉਸੇ ਇਰਾਦੇ ਤੇ ਕਾਇਮ ਰਿਹਾ, ਉਹਦੇ ਤੇ ਇਸ ਗੱਲ ਦਾ, ਉਹਨਾਂ ਦੀ ਉਦਾਸੀ ਦਾ, ਉਹਨਾਂ ਦੇ ਕਸ਼ਟ ਦਾ ਕੋਈ ਅਸਰ ਨਹੀਂ ਹੋਇਆ। His eyes showed no trace, no trace ਮੈਨੇ ਕੋਈ ਚਿੰਨ੍ਹ, ਕੋਈ ਨਿਸ਼ਾਨ, of pity, ਤਰਸ, ਔਰ kindness, ਦਇਆ, ਉਹਦੀ ਅੱਖਾਂ ਵਿੱਚ ਕੋਈ ਤਰਸ ਜਾਂ ਦਇਆ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ। He stepped forward, ਉਹਨੇ ਕਦਮ ਅੱਗੇ ਵਧਾਏ, to seize, ਫੜਨ ਵਾਸਤੇ, the animal, ਉਸ ਜਾਨਵਰ ਨੂੰ ਅਰਥਾਤ ਹਿਰਨੀ ਨੂੰ, and her young ones, ਅਤੇ ਉਹਦੇ 3 ਬੱਚਿਆਂ ਨੂੰ। As ਰਵੀਦਾਸ looked at them, ਜਿਵੇਂ ਰਵੀਦਾਸ ਜੀ ਨੇ ਉਹਨਾਂ ਵੱਲ ਦੇਖਿਆ, his heart melted in pity, ਉਹਨਾਂ ਦਾ ਦਿਲ ਤਰਸ ਵਿੱਚ ਪਿਘਲ ਗਿਆ। He felt it his duty, ਉਹਨਾਂ ਨੇ ਇਸ ਗੱਲ ਨੂੰ ਆਪਣਾ ਫਰਜ਼ ਸਮਝਿਆ। ਕਿਹੜੀ ਗੱਲ ਨੂੰ? To save the poor helpless animals from death, ਕਿ ਉਹ ਇਹਨਾਂ ਵਿਚਾਰੇ ਲਾਚਾਰ ਜਾਨਵਰਾਂ ਨੂੰ
ਮੌਤ ਤੋਂ ਬਚਾਉਣ। He went up to the hunter, ਉਹ ਅੱਗੇ ਵੱਧ ਕੇ ਸ਼ਿਕਾਰੀ ਕੋਲ ਗਏ, and spoke like this, ਅਤੇ ਇਸ ਤਰ੍ਹਾਂ ਬੋਲੇ। ਕਿਸ ਤਰ੍ਹਾਂ ਬੋਲੇ? ਉਹ ਹੁਣ ਸ਼ਿਕਾਰੀ ਨੂੰ ਸੰਬੋਧਨ ਕਰ ਰਹੇ ਨੇ ਰਵਿਦਾਸ ਜੀ, ਕਹਿੰਦੇ we are all the children of the same God, ਅਸੀਂ ਸਾਰੇ ਉਸੇ ਇੱਕ ਅਕਾਲ ਪੁਰਖ ਪਰਮਾਤਮਾ ਦੇ ਬੱਚੇ ਹਾਂ। He is our loving father, ਉਹ ਸਾਨੂੰ ਸਾਰਿਆਂ ਨੂੰ ਪਿਆਰ ਕਰਨ ਵਾਲਾ ਪਿਤਾ ਪਰਮੇਸ਼ਵਰ ਹੈ। It is the divine essence, divine माने रूहानी, essence माने तत्व। It is the divine essence that runs in the human heart as love, ਉਹ रूहानी तत्व ਹੀ ਹੈ ਜੋ ਮਨੁੱਖੀ ਹਿਰਦਿਆਂ ਵਿੱਚ ਪਿਆਰ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। It is the divine essence that fills the rose with fragrance, ਇਹ ਉਹ रूहानी तत्व ਹੀ ਹੈ ਜਿਹਦੇ ਕਰਕੇ ਇੱਕ ਗੁਲਾਬ ਦੇ ਫੁੱਲ ਵਿੱਚ ਮਿੱਠੀ ਸੁਗੰਧੀ ਹੈ। ਫ੍ਰੈਗਰੈਂਸ ਹੁੰਦਾ ਬੱਚੋ ਮਿੱਠੀ ਸਮੈਲ, ਠੀਕ ਹੈ ਨਾ। ਸਮੈਲ ਮਾਨੇ ਸੁਗੰਧ, ਫ੍ਰੈਗਰੈਂਸ ਮਾਨੇ ਸਵੀਟ ਸਮੈਲ, ਵਧੀਆ, ਜਿਹੜੀ ਸੁੰਘਣ ਨੂੰ ਬਹੁਤ ਵਧੀਆ ਲੱਗੇ, ਚੰਗੀ ਲੱਗੇ। ਅਗੇਨ ਤੇ ਨਾਲੇ ਇਟ ਇਜ਼ ਦੀ ਡਿਵਾਈਨ ਐਸੈਂਸ ਦੈਟ ਫਿਲਸ ਦੀ ਰੇਨਬੋ, ਰੇਨਬੋ ਦੀ ਬੱਚੋ ਸਤਰੰਗੀ ਪੀਂਗ ਵਿਦ ਬਿਊਟੀ, ਤੇ ਉਹ ਰੂਹਾਨੀ ਤੱਤ ਹੀ ਹੈ ਜੋ ਸਤਰੰਗੀ ਪੀਂਗ ਨੂੰ ਸੁਹੱਪਣ ਦੇ ਨਾਲ ਭਰ ਦਿੰਦਾ ਹੈ। ਇਟ ਇਜ਼ ਦੀ ਡਿਵਾਈਨ ਐਸੈਂਸ ਦੈਟ ਫਿਲਸ ਦੀ ਬਰਡਸ ਵਿਦ ਜੋਏ, ਇਹ ਰੂਹਾਨੀ ਤੱਤ ਹੀ ਹੈ ਜੋ ਪੰਛੀਆਂ ਦੇ ਵਿੱਚ ਖੁਸ਼ੀ ਭਰਦਾ ਹੈ। ਦੀ ਐਪਲਸ ਵਿਦ ਜੂਸ, ਜੋ ਸੇਬ ਦੇ ਵਿੱਚ ਰਸ ਭਰਦਾ ਹੈ। ਐਂਡ ਦੀ ਵੌਇਸ ਵਿਦ ਸਵੀਟਨੈਸ, ਜੋ ਆਵਾਜ਼ ਦੇ ਵਿੱਚ ਮਿਠਾਸ ਲਿਆਉਂਦਾ ਹੈ। ਦੇਅਰਫੋਰ, ਇਸ ਲਈ ਵੀ ਸ਼ੁੱਡ ਹੈਵ ਲਵ ਫॉर ਐਵਰੀ ਕ੍ਰੀਚਰ ਲਿਵਿੰਗ ਔਨ ਦਿਸ ਅਰਥ, ਇਸ ਕਰਕੇ ਸਾਨੂੰ ਹਰ ਇੱਕ ਪ੍ਰਾਣੀ ਲਈ ਆਪਣੇ ਹਿਰਦੇ ਵਿੱਚ ਪਿਆਰ ਰੱਖਣਾ ਚਾਹੀਦਾ ਹੈ ਜਿਹੜਾ ਪ੍ਰਾਣੀ ਵੀ ਇਸ ਧਰਤੀ ਤੇ ਰਹਿ ਰਿਹਾ ਹੈ। All forms of life are sacred, sacred ਹੁੰਦਾ ਵਿੱਚ ਪਵਿੱਤਰ, ਜੀਵਨ ਦੇ ਸਾਰੇ ਰੂਪ ਪਵਿੱਤਰ ਹਨ। It is man's most sacred duty, ਇਹ ਮਨੁੱਖ ਦੀ ਸਭ ਤੋਂ ਪਵਿੱਤਰ ਡਿਊਟੀ ਹੈ, ਉਸਦਾ ਸਭ ਤੋਂ ਮੁੱਢਲਾ, ਸਭ ਤੋਂ ਪਵਿੱਤਰ ਫਰਜ਼ ਹੈ to bring peace to a troubled heart, ਕਿ ਇੱਕ ਦੁਖੀ ਹਿਰਦੇ ਵਿੱਚ ਸ਼ਾਂਤੀ ਲਿਆਈ ਜਾਵੇ, ਉਹਨੂੰ ਧਰਵਾਸ ਦਿੱਤਾ ਜਾਵੇ, ਉਸਨੂੰ ਹੌਸਲਾ ਦਿੱਤਾ ਜਾਵੇ। ਇਹ ਮਨੁੱਖ ਦਾ ਸਭ ਤੋਂ ਵੱਡਾ ਪਵਿੱਤਰ ਫਰਜ਼ ਹੈ। ਅੱਗੇ ਕਹਿੰਦੇ ਨੇ we should never cause pain, suffering or death to any living being, ਸਾਨੂੰ ਕਦੀ ਵੀ ਕਿਸੇ ਪ੍ਰਾਣੀ ਲਈ ਦਰਦ ਦਾ, ਕਸ਼ਟ ਦਾ ਅਤੇ ਮੌਤ ਦਾ ਕਾਰਨ ਨਹੀਂ ਬਣਨਾ ਚਾਹੀਦਾ। We should love all things, ਸਾਨੂੰ ਸਾਰਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ, great or small, ਚਾਹੇ ਉਹ ਵੱਡੇ ਨੇ ਚਾਹੇ ਛੋਟੇ ਨੇ। Even a tiny insect in grass, ਇੱਥੇ ਤੱਕ ਕਿ ਇੱਕ ਘਾਹ ਦੇ ਵਿੱਚ ਛੋਟਾ ਜਿਹਾ ਜੋ ਕੀੜਾ ਹੈ is as sacred as a human child, ਇੱਕ ਘਾਹ ਵਿੱਚ ਬੈਠਾ ਛੋਟਾ ਕੀੜਾ ਵੀ ਉਨਾ ਹੀ ਪਵਿੱਤਰ ਹੈ ਜਿੰਨਾ ਕੋਈ ਕਿਸੇ ਮਨੁੱਖ ਦਾ ਬੱਚਾ। The hunter listened to the sweet words of Saint Ravidas, ਸ਼ਿਕਾਰੀ ਨੇ ਸੰਤ ਰਵਿਦਾਸ ਜੀ ਦੇ ਮਿੱਠੇ ਬਚਨ ਸੁਣੇ। And felt deep respect for the saint, ਅਤੇ ਉਹ ਸ਼ਿਕਾਰੀ ਦੇ ਹਿਰਦੇ ਵਿੱਚ ਸੰਤ ਲਈ ਜੀ ਬੜੀ ਡੂੰਘਾ ਸਤਿਕਾਰ ਪੈਦਾ ਹੋਇਆ, ਮਹਿਸੂਸ ਹੋਇਆ ਉਹਨੂੰ। The charm of the saint's personality, personality ਦੀ ਸ਼ਖਸੀਅਤ, ਜਿਹੜੀ ਸੰਤ ਜੀ ਦੀ ਸ਼ਖਸੀਅਤ ਦਾ ਜਾਦੂ ਸੀਗਾ। And his words of deep wisdom, ਅਤੇ ਬੜੀ ਡੂੰਘੀ ਸਿਆਣਪ ਵਾਲੇ ਜਿਹੜੇ ਉਹਨਾਂ ਦੇ ਬਚਨ ਸਨ, ਉਹਨਾਂ ਨੇ ਕੀ ਕੀਤਾ? washed away all evil thoughts, ਧੋ ਕੇ ਰੱਖ ਦਿੱਤੇ। washed away, ਧੋ ਕੇ ਪਰੇ ਸੁੱਟ ਦਿੱਤੇ ਕਿ all evil thoughts, ਸਾਰੇ ਬੁਰੇ ਵਿਚਾਰ, ਸਾਰੇ ਸ਼ੈਤਾਨੀਅਤ ਵਾਲੇ ਵਿਚਾਰ, ਸਾਰੇ ਵਿਕਾਰਾਂ ਵਾਲੇ ਵਿਚਾਰ from the hunter's mind, ਸ਼ਿਕਾਰੀ ਦੇ ਮਨ ਵਿੱਚੋਂ ਉਹ ਸੰਤ ਜੀ ਦੀ ਸ਼ਖਸੀਅਤ ਦੇ ਜਾਦੂ ਨੇ ਅਤੇ ਜਿਹੜੇ ਡੂੰਘੀ ਸਿਆਣਪ ਦੇ ਜਿਹੜੇ ਬਚਨ ਸੀਗੇ ਉਹਨਾਂ ਨੇ ਸ਼ਿਕਾਰੀ ਦੇ ਦਿਮਾਗ ਵਿੱਚੋਂ, ਮਨ ਵਿੱਚੋਂ ਸਾਰੇ ਮਾੜੇ ਵਿਚਾਰ ਧੋ ਕੇ ਰੱਖ ਦਿੱਤੇ। ਇਟ ਵਾਜ਼ ਅ ਮਿਰੈਕਲ, ਮਿਰੈਕਲ ਹੁੰਦਾ ਵਿੱਚ ਚਮਤਕਾਰ, ਕਰਾਮਾਤ ਫॉर ਦੀ ਹੰਟਰ, ਇਹ ਤੇ ਸ਼ਿਕਾਰੀ ਵਾਸਤੇ ਇੱਕ ਚਮਤਕਾਰ ਸੀ। ਅ ਸ਼ਾਰਟ ਮੀਟਿੰਗ, ਇੱਕ ਥੋੜ੍ਹਾ ਚਿਰਾ ਮਿਲਾਪ, ਛੋਟਾ ਜਿਹਾ ਮਿਲਾਪ ਵਿਦ ਦੀ ਗ੍ਰੇਟ ਸੇਂਟ, ਇੱਕ ਮਹਾਨ ਸੰਤ ਦੇ ਨਾਲ, ਉਸ ਮਹਾਨ ਸੰਤ ਦੇ ਨਾਲ had changed him completely, ਉਹਨੂੰ ਮੁਕੰਮਲ ਤੌਰ ਤੇ ਉਹਦਾ ਜੀਵਨ ਬਦਲ ਦਿੱਤਾ ਸੀਗਾ। The killer's heart, ਕਿਲਰ ਮਾਨੇ ਮਾਰਨ ਵਾਲਾ, ਉਹ ਜਿਹੜਾ ਮਤਲਬ ਕਿ ਕਾਤਲ ਹੈਗਾ, ਕਾਤਲ ਦਾ ਹਾਰਟ, ਕਾਤਲ ਦਾ ਦਿਲ ਜਿਹੜਾ ਸੀ was filled with love for God and all his creation, ਉਹ ਜਿਹੜਾ ਕਾਤਲ ਸੀ ਉਹਦਾ ਹਿਰਦਾ ਜਿਹੜਾ ਸੀਗਾ ਉਹ ਕਰਤਾਰ, ਰਚਨਹਾਰ ਅਤੇ ਉਸਦੀ ਸਾਰੀ ਰਚਨਾ ਦੇ ਨਾਲ, ਰਚਨਾ ਦੇ ਪ੍ਰਤੀ ਪਿਆਰ ਦੇ ਨਾਲ ਭਰ ਗਿਆ। ਅਰਥਾਤ ਉਹ ਜਿਹੜਾ ਸ਼ਿਕਾਰੀ ਸੀ, ਜਿਹੜਾ ਕਾਤਲ ਸੀ, ਉਹਦਾ ਹਿਰਦਾ ਰਚਨਹਾਰ ਪਰਮਾਤਮਾ ਲਈ ਤੇ ਉਸ ਪਰਮਾਤਮਾ ਦੀ ਸਾਰੀ ਰਚਨਾ ਲਈ ਪਿਆਰ ਦੇ ਨਾਲ ਭਰ ਗਿਆ।
दी हंटर प्रॉमिस्ड, प्रॉमिस मैंने वादा करना, प्रॉमिस मैंने वादा कीता, शिकारी ने वादा कीता टू लीड अ कंपैशनेट लाइफ, एक रहम दिली वाली जिंदगी बशर करन दा, लीड मैंने गुजारन दा, बशर करन दा, कंपैशनेट होंदी है बच्चों जे च रहम दिली होवे, ठीक है, रहम दिली ना भरिया होया, दया वाला, नेक दिली वाला, उदां दा जिंदगी बशर करन दा वादा कीता, एंड नेवर टू कॉज हार्म टू एनीवन, ते नाल भी वादा कीता कि मैं अगे तो किसी नूं भी किसी किस्म दा कष्ट नहीं देवांगा। सेंट रविदास वाज ऑलवेज वेरी हंबल, हंबल होंदा बच्चों प्राउड दा उल्टा, हंकारी दा उल्टा, जिहड़ा हंकारी होंदा है ਅਸੀਂ ਉਹਨੂੰ ਕਹਿ ਦਿੰਦੇ ਐਰੋਗੈਂਟ ਜਾਂ ਪ੍ਰਾਊਡ, ਤੇ ਜਿਹੜਾ ਨਿਮਰਤਾ ਵਾਲਾ ਹੋਵੇ ਜਿਹਨੂੰ ਅਸੀਂ ਕਹਿੰਦੇ ਮਸਕੀਨ ਉਹਨੂੰ ਕਹਿੰਦੇ ਹੰਬਲ। ਸੋ ਸੇਂਟ ਰਵਿਦਾਸ ਵਾਸ ਆਲਵੇਜ਼ ਵੈਰੀ ਹੰਬਲ, ਰਵਿਦਾਸ ਜੀ ਹਮੇਸ਼ਾ ਬੜੇ ਹੀ ਨਿਮਾਣੇ ਸਨ, ਬੜੇ ਮਸਕੀਨ ਸਨ। ਹੀ ਵਾਸ ਡਿਫਰੈਂਟ ਫਰੋਮ ਮੋਸਟ ਆਫ ਦੀ ਸਕਾਲਰਸ, ਸਕਾਲਰ ਮਨੇ ਵਿਦਵਾਨ, ਐਂਡ ਰਿਲੀਜੀਅਸ ਮੈਨ, ਧਾਰਮਿਕ ਪੁਰਖ ਆਫ ਹਿਸ ਟਾਈਮ, ਉਹ ਆਪਣੇ ਵੇਲੇ ਦੇ ਜ਼ਿਆਦਾਤਰ ਵਿਦਵਾਨਾਂ ਅਤੇ ਧਾਰਮਿਕ ਮਨੁੱਖਾਂ ਨਾਲੋਂ ਵੱਖਰੇ ਸਨ। ਹੀ ਨੈਵਰ ਬੋਸਟਡ, ਬੋਸਟ ਹੁੰਦਾ ਬੱਚਿਓ ਆਪਣੀ ਫੂੰ ਫਾਂ ਕਰਨੀ, ਆਪਣੇ ਮੂੰਹ ਮੀਆਂ ਮਿੱਠੂ ਬਣਨਾ, ਆਪਣੀ ਸਿਫਤਾਂ ਆਪ ਕਰਨੀਆਂ, ਠੀਕ ਹੈ। ਹੀ ਨੈਵਰ ਬੋਸਟਡ ਆਫ ਹਿਸ ਨੌਲੇਜ ਐਂਡ ਵਿਜ਼ਡਮ, ਉਹਨਾਂ ਨੇ ਕਦੀ ਵੀ ਆਪਣੇ ਗਿਆਨ ਅਤੇ ਸਿਆਣਪ ਦੀ ਬਲਕਿ ਵਾਵਾ ਆਪ ਨਹੀਂ ਕੀਤੀ, ਆਪ ਅਤੇ ਕਦੀ ਮਾਣ ਨਹੀਂ ਕੀਤਾ। ਹਿਸ ਡਿਵਾਈਨ ਨੌਲੇਜ, ਉਹਨਾਂ ਦੀ ਜਿਹੜੀ ਹੈ ਰੂਹਾਨੀ ਗਿਆਨ ਸੀਗਾ, ਕੇਮ ਫਰੋਮ ਵਿਦਨ, ਉਹਨਾਂ ਦੇ ਅੰਦਰੋਂ ਹੀ ਪ੍ਰਗਟ ਹੁੰਦਾ ਸੀ। ਹਿਸ ਸਪਿਰਿਚੁਅਲ ਮੈਸੇਜ, ਉਹਨਾਂ ਦਾ ਜਿਹੜਾ ਆਤਮਿਕ ਸੁਨੇਹਾ ਸੀਗਾ, ਅਧਿਆਤਮਿਕ ਸੁਨੇਹਾ ਸੀ, ਅਪੀਲਡ ਟੂ ਐਵਰੀ ਹਾਰਟ, ਹਰ ਇੱਕ ਹਿਰਦੇ ਨੂੰ ਛੂਹ ਲੈਂਦਾ ਸੀ, ਹਰ ਇੱਕ ਹਿਰਦੇ ਨੂੰ ਚੰਗਾ ਲੱਗਦਾ ਸੀ, ਹਰ ਇੱਕ ਹਿਰਦੇ ਤੇ ਅਸਰ ਪਾਉਂਦਾ ਸੀ, ਚਾਹੇ ਉਹ ਬ੍ਰਾਹਮਣ ਸੀ, ਚਾਹੇ ਸ਼ੂਦਰ ਸੀ, ਚਾਹੇ ਵੈਸ਼ ਸੀ। ਪੀਪਲ ਲਿਸਨ ਟੂ ਹਿਮ ਸਪੈਲ ਬਾਉਂਡ, ਸਪੈਲ ਬਾਉਂਡ ਹੁੰਦਾ ਬੱਚੋ ਮੰਤਰ ਮੁਗਧ ਹੋ ਜਾਣਾ, ਮਤਲਬ ਕਿ ਇੱਕੋ ਦਮ ਸੁੱਧ ਬੁੱਧ ਵਿਸਰ ਗਈ ਹੈ ਨਾ। ਸੋ ਪੀਪਲ ਲਿਸਨ ਟੂ ਹਿਮ ਸਪੈਲ ਬਾਉਂਡ, ਲੋਕੀ ਉਹਨਾਂ ਨੂੰ ਮੰਤਰ ਮੁਗਧ ਹੋ ਕੇ ਸੁਣਦੇ ਸੀ। ਹੀ ਸਪੋਕ ਇਨ ਅ ਸਿੰਪਲ ਐਂਡ ਕਲੀਅਰ ਮੈਨਰ, ਉਹ ਬੜੇ ਸਾਦੇ ਤੇ ਸਪਸ਼ਟ ਸ਼ਬਦਾਂ ਵਿੱਚ ਆਪਣੀ ਗੱਲਬਾਤ ਰੱਖਦੇ ਸੀ। ਹੀ ਟੋਲਡ ਪੀਪਲ, ਉਹ ਲੋਕਾਂ ਨੂੰ ਕਹਿੰਦੇ that all are equal in the eyes of God, ਕਿ ਰੱਬ ਦੀ ਅੱਖਾਂ ਵਿੱਚ, ਰੱਬ ਦੀ ਨਜ਼ਰਾਂ ਵਿੱਚ ਸਾਰੇ ਬਰਾਬਰ ਹਨ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ, ਗੁਰੂ ਸਾਹਿਬ ਨੇ ਕਿਹਾ ਨਾ, ਭਗਤ ਕਬੀਰ ਜੀ ਕਹਿੰਦੇ ਨੇ ਇਦਾਂ। ਫਿਰ ਏਕ ਪਿਤਾ ਏਕਸ ਕੇ ਹਮ ਬਾਰਿਕ, ਹੈ ਨਾ। ਦੀ ਡਿਸਟਿੰਕਸ਼ਨਸ, ਡਿਸਟਿੰਕਸ਼ਨਸ ਮਾਨੇ ਵਖਰੇਵੇਂ, ਆਫ ਕਾਸਟ, ਜਾਤਾਂ ਦੇ, ਕਲਰ ਰੰਗ ਦੇ, ਕਰੀਡ ਵਿਚਾਰਾਂ ਦੇ, ਆਰ ਮੀਨਿੰਗਲੈਸ, ਇਹ ਜਿਹੜੇ ਵਖਰੇਵੇਂ ਨੇ ਇਹ ਨਿਰਾਧਾਰ ਨੇ, ਇਹ ਨਿਰਾਰਥਕ ਨੇ, ਇਹ ਬੇਫਜ਼ੂਲ ਨੇ। ਦੇ ਆਰ ਆਲ ਮੈਨ ਮੇਡ, ਇਹ ਮਨੁੱਖਾਂ ਵੱਲੋਂ ਆਪ ਬਣਾਏ ਨੇ, ਅਰਥਾਤ ਬਨਾਵਟੀ ਨੇ। ਜਿਹੜੇ ਅਸੀਂ ਸਾਰੇ ਮਨੁੱਖ ਬਣੇ ਆ ਬੱਚਿਓ, ਅਸੀਂ ਸਾਡੇ ਹੱਡੀਆਂ ਮਾਸ ਖੂਨ ਉਹ ਤਾਂ ਇੱਕੋ ਹੀ ਹੈਗਾ, ਸਾਰੇ ਉਹ 'ਚ ਕੋਈ ਫਰਕ ਨਹੀਂ ਹੈਗਾ। ਇਹ ਸਾਰੇ ਅਸੀਂ ਆਪ ਆਪਣੀਆਂ ਜਾਤਾਂ, ਆਪਣੇ ਗਰਜ ਕਰਕੇ, ਆਪਣੇ ਸਵਾਰਥ ਕਰਕੇ ਤੇ ਲੋਕਾਂ ਦਾ ਸ਼ੋਸ਼ਣ ਕਰਕੇ ਇਹ ਜਾਤਾਂ ਪਾਤਾਂ ਬਣਾਈਆਂ ਗਈਆਂ, ਠੀਕ ਹੈ। ਸੋ ਸੇਂਟ ਰਵਿਦਾਸ, ਸੰਤ ਰਵਿਦਾਸ ਜੀ ਬ੍ਰੌਟ ਗ੍ਰੇਟ ਹੋਪ, ਉਹ ਇੱਕ ਬੜੀ ਵੱਡੀ ਆਸ ਲੈ ਕੇ ਆਏ, ਕਿਹਦੇ ਲਈ? ਫॉर ਦੋਜ਼, ਉਹਨਾਂ ਲਈ ਹੂ ਵਰ ਪੂਅਰ, ਜੋ ਗਰੀਬ ਸਨ, ਵੀਕ ਕਮਜ਼ੋਰ ਸਨ, ਐਂਡ ਬੈਕਵਰਡ, ਅਤੇ ਪਛੜੇ ਹੋਏ ਸਨ। ਪਛੜੇ, ਗਰੀਬ ਅਤੇ ਕਮਜ਼ੋਰ ਲੋਕਾਂ ਲਈ ਇੱਕ ਬੜੀ ਵੱਡੀ ਆਸ ਲੈ ਕੇ ਆਏ। ਹੀ ਫਿਲਡ them with hope, courage and confidence, ਹੋਪ ਮੈਨੇ ਆਸ, ਕਰੇਜ ਮੈਨੇ ਦਲੇਰੀ, ਕੌਨਫੀਡੈਂਸ ਮੈਨੇ ਭਰੋਸਾ। ਸੋ ਉਹਨਾਂ ਨੇ ਉਹਨਾਂ ਲੋਕਾਂ ਦੇ ਵਿੱਚ ਆਸ, ਦਲੇਰੀ ਅਤੇ ਸਵੈ ਭਰੋਸਾ ਭਰਿਆ। ਹੀ ਇੰਸਪਾਇਰਡ them, ਉਹਨਾਂ ਨੇ ਉਹਨਾਂ ਨੂੰ ਪ੍ਰੇਰਿਤ ਕੀਤਾ। not to bow, ਨਾ ਝੁਕਣ, to the unjust demands, demands ਨੇ ਮੰਗਾਂ, unjust ਨਜਾਇਜ਼ ਮੰਗਾਂ, ਕਿਹਨਾਂ ਦੀਆਂ? of the high caste people, ਜਿਹੜੇ ਅਖੌਤੀ ਉੱਚੀ ਜਾਤਾਂ ਦੇ ਲੋਕਾਂ ਦੇ ਜਿਹੜੇ ਨਜਾਇਜ਼ ਮੰਗਾਂ ਨੇ, ਜੋ ਉਹਨਾਂ ਨਾਲ ਧੱਕਾ ਕਰਦੇ ਨੇ, ਉਹਦੇ ਸਾਹਮਣੇ ਨਾ ਝੁਕਣ, ਉਹਨਾਂ ਦਾ ਡਟ ਕੇ ਮੁਕਾਬਲਾ ਕਰਨ। ਇਸ ਗੱਲ ਦੀ ਉਹਨਾਂ ਨੇ ਆਪਣੇ ਜਿਹੜੇ ਉਹ ਗਰੀਬ ਤੇ ਲਤਾੜੇ ਹੋਏ ਲੋਕ ਸੀ ਉਹਨਾਂ ਨੂੰ ਪ੍ਰੇਰਨਾ ਦਿੱਤੀ। He inspired them to recognize the strength of the spirit within them, ਉਹਨਾਂ ਨੇ ਉਹਨਾਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ, ਰੈਕੋਗਨਾਈਜ਼ ਉਹ ਪਛਾਣਨ, ਸਟਰੈਂਥ ਮੈਨੇ ਤਾਕਤ, ਆਫ ਦੀ ਸਪਿਰਿਟ, ਆਤਮਾ ਦੀ ਵਿਦਿਨ them, ਉਹਨਾਂ ਦੇ ਅੰਦਰ। ਉਹਨਾਂ ਨੇ ਉਹਨਾਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਉਹ ਆਪਣੇ ਅੰਦਰ ਜੋ ਰੱਬ ਦੀ ਜੋਤ ਹੈ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਉਹਨਾਂ ਨੇ ਸਮਝਾਇਆ ਵੀ ਤੁਸੀਂ ਵੀ ਉਸੀ ਪਰਮਾਤਮਾ ਦੇ ਬਣਾਏ ਹੋ, ਜਿਹੜੀ ਪਰਮਾਤਮਾ ਨੇ ਉੱਚੀ ਜਾਤਾਂ ਦੇ, ਔਖੀ ਉੱਚੀ ਜਾਤਾਂ ਦੇ ਲੋਕ ਬਣਾਏ ਨੇ। ਜਿਹੜਾ ਖੂਨ ਉਹਨਾਂ 'ਚ ਵਗਦਾ ਹੈ ਉਹੀ ਖੂਨ ਤੁਹਾਡੇ 'ਚ ਵਗਦਾ ਹੈ। ਜਿਹੜੇ ਤੱਤਾਂ ਤੋਂ ਉਹਨਾਂ ਦਾ ਹੱਡ-ਮਾਸ ਬਣਿਆ, ਉਹਨਾਂ ਤੱਤਾਂ ਤੋਂ ਤੁਹਾਡਾ ਹੱਡ-ਮਾਸ ਬਣਿਆ। ਜਿਹੜੀ ਜੋਤ ਉਹਨਾਂ ਵਿੱਚ ਹੈ ਉਹੀ ਜੋਤ ਤੁਹਾਡੇ ਵਿੱਚ ਹੈ, ਤੇ ਤੁਸੀਂ ਉਸ ਤਾਕਤ ਨੂੰ, ਆਪਣੀ ਅੰਦਰੂਨੀ ਤਾਕਤ ਨੂੰ ਪਛਾਣੋ, ਸਿਮਰਨ ਕਰੋ, ਬੰਦਗੀ ਕਰੋ ਤੇ ਆਪਣਾ ਕਿਰਦਾਰ ਉੱਚਾ ਚੱਕੋ, ਇਸ ਤਰ੍ਹਾਂ ਤੁਹਾਨੂੰ ਤਾਕਤ ਮਿਲੇਗੀ। ਇਸ ਗੱਲ ਦੀ ਉਹਨਾਂ ਨੇ ਉਹਨਾਂ ਨੂੰ ਪ੍ਰੇਰਿਤ ਕੀਤਾ।
ही आस्क्ड देम, उन्होंने उन्होंने कहा टू स्टे अवे परे रहन, दूर रहन कितों, फ्रॉम ऑल वीक थॉट्स का मतलब है कमजोर करने वाले विचार, ढैंदी कला वाले, निराशा वाले, सो निराशा वाले ढैंदी कला वाले विचारों तो दूर रहन। ही ऑलवेज सैड, वो हमेशा कहते सीगे अनटचेबिलिटी इज अ सिन अगेंस्ट ह्यूमैनिटी। अनटचेबिलिटी होंदी छुआछात, सिन मैंने पाप, अगेंस्ट मैंने खिलाफ, ह्यूमैनिटी मैंने मनुखता। वो कहते जी छुआछात है यह मनुखता के खिलाफ एक पाप है। सेंट रविदास continued to guide and reform the society of his time all his life माने सारी जिंदगी। दी सोसाइटी ऑफ हिज टाइम, अपने समय का समाज, अर्थात संत रविदास जी अपने समय के समाज नूं सारी जिंदगी गाइड करते रहे, गाइड करना जारी रखा, रिफॉर्म सुधार करना जारी रखा। अर्थात वो अंत तक अपने वेले के समाज का दिशा निर्देश भी देंदे रहे, गाइड करते रहे ज्ञान के राही, अपने बचनों के राही, एंड रिफॉर्म ते जिहड़ियां कुरीतियां सी उन्हां विच सुधार भी लांदे रहे। ईवन इन हिज ओल्ड एज, अपनी ढलदी उम्र विच भी, अपने बुजुर्गी दी उम्र विच भी, ही हैड द डिवाइन ग्लो ऑन हिज फेस। ग्लो माने नूर, चमक, डिवाइन माने नूर। उन्हां दे चेहरे ते एक रूहानी नूर सी। ठीक है, नानक ते मुख उजले केती छुट्टी नाल, जिहड़े नाम जपदे ने, बंदगी करदे ने, जिहड़े गुणां नाल सांझ पांदे ने, उन्हां दे चेहरे ते नूर आ जांदा है, चाहे कोई भी हो, चाहे ब्राह्मण हो, चाहे शूद्र हो। डिवाइन ग्लो ऑन हिज फेस, ऑल हिज मेंटल फैकल्टीज में दिमागी ताकत, अर्थात चेता शक्ति, विवेक बुद्धि, सोच विचार की शक्ति रिमेन्ड एज स्ट्रोंग एज एवर। अर्थात ढलदी उम्र विच भी उन्हां दी जिहड़ियां सियाणप दी गल्लां, चेता शक्ति, बुद्धि, यह सारियां उन्नियां ही मजबूत रहियां जिद्दां पहले सी। हिज स्पिरिट रिमेन्ड अनटच्ड माने अछो, जिते कोई असर ना होवे, कोई दाग ना लगे। बाय द स्ट्रेसिस, दबाव, झमेले ऑफ द मटीरियल वर्ल्ड, दुनिया के धंधे। अर्थात उन्हां दी जिहड़ी आत्मा सी वो दुनिया के जिहड़े धंधे सी उसकी खिच्चोताण, स्ट्रेसिस खिच्चोताण, दबाव तो अछो रही, अनटच्ड। अर्थात उन्होंने अपनी जिंदगी निर्लेप होकर गुजारी, माया विच रह के भी, दुनिया विच रह के भी वो दुनिया के धंधियां तो मुक्त रहे। ਉਹਦਾ ਉਹਨਾਂ चीज़ों का, विकारां का, काम क्रोध लोभ मोह हंकार का अपने ते असर ना होने दिता। ही लैड अ स्पिरिचुअल लाइफ, उन्होंने एक आत्मिक जीवन बशर किया। हिज एंड वाज पीसफुल, तो उन्हों का जोड़ा जिंदगी का सफ़र सी, वह जोड़ा अंत सी वो भी बड़ा शांति भरिया सी। अ ग्रेट सोल ऑन दिस अर्थ, इस धरती ते एक महान आत्मा बिकेम मिक्सड विद दी इटरनल सोल, वो जो सदीवी आत्मा है, परम आत्मा है, अमर है, ਉਹਦੇ ਨਾਲ वो जोत एकमिक हो गई। तो बच्चों मैं तुहानूं दस देवां कि भगत रविदास जी के, संत रविदास जी के गुरु ग्रंथ साहिब दे विच 40 शब्द ने। सो कभी मौका लगे, जे जिहड़े बच्चे सहज पाठ करते हैं उन्होंने तो पता होएगा, जिहड़े नहीं करते वो सहज पाठ जब करन तो तुसीं देखो ध्यान नाल कि गुरु ग्रंथ साहिब विच गुरु अर्जन पातशाह ने संत रविदास जी के 40 शब्द दर्ज किए हैं। तो वो शब्दों को पढ़ के सानू संत रविदास जी की जिहड़ियां गल्लां सी है निबंध विच कीतियां ने, लैसन राही कीतियां ने, वो च डिटेल च उन्हां दे अपने शब्दों विच जिहड़े उन्होंने शब्द उचारे ने, उन्हां दा ही सानू उन्हां दी सोच, एक अकाल पुरख, जात पात दी गल्लां ते कर्म कांड दी गल्लां सारियां सानू पता लगदियां। सो जदों मौका लगे बच्चिओ तुसीं वो उन्हां दी जिहड़ी बाणी है संत रविदास जी की उन्होंने भी पढ़न का यतन जरूर करियो। सो ऐसी प्यारे विद्यार्थियों, तुहाडे लैसन नंबर 4 संत रविदास जी की रीडिंग, ट्रांसलेशन एंड एक्सप्लेनेशन। सो तुसी इसी तरह डट के मेहनत नाल, निरंतरता दे नाल, अनुशासन नाल अपनी पढ़ाई करी चलो। अगले वीडियोज़ विच असीं हुण इस लैसन दीयां जिहड़ियां एक्टिविटीज़ ने वो लैके तुहाडे लई आंदे रहांगे। तद तक लई गुड बाय। तुहाडा सारिआं दा बहुत बहुत धन्नवाद। रब रखा। थैंक यू वेरी मच।